ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਕੋਸ਼ਿਸ਼ਾਂ ਤੇਜ਼। ਹਰਮੰਦਰ ਸਾਹਿਬ ਦੇ ਵਿੱਚ ਹੋਏ ਪੰਥਕ ਇਕੱਠ ਦੇ ਵਿੱਚ ਜੁਟੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪੰਥਕ ਇਕੱਠ ਦੇ ਵਿੱਚ ਸਾਂਝੀ ਕਮੇਟੀ ਬਣਾਉਣ ਦਾ ਫੈਸਲਾ ਇੱਕੋ ਥਾਂ ਨਜ਼ਰ ਆਏ। ਸੁਖਬੀਰ ਬਾਦਲ, ਸਿਮਰਨਜੀਤ ਸਿੰਘ ਮਾਨ, ਪਰਮਜੀਤ ਸਿੰਘ ਸਰਨਾ, ਰਮਨੀਤ ਬਿੱਟੂ ਦੀ ਮੰਗ, ਰਾਜੋਆਣਾ ਵਰਗੇ ਲੋਕਾਂ ਦੀ ਰਿਹਾਈ ਮੰਗਣ ਵਾਲਿਆਂ ਦੇ ਖਿਲਾਫ ਦਰਜ ਹੋਵੇ ਕੇਸ। ਸੁਖਬੀਰ ਬਾਦਲ ਦੀ ਵੀ ਹੋਵੇ ਇੰਟਰੋਗੇਸ਼ਨ। ਅਕਾਲੀ ਦਲ ਦਾ ਜਵਾਬ, ਗਾਂਧੀ ਪਰਿਵਾਰ ਤੋਂ ਸਿੱਖਣ ਬਿੱਟੂ। ਬਾਈਬਲ ਕਲਾਂ ਦੇ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ ਵਿੱਚ ਪਹੁੰਚੀ ਪੰਜਾਬ ਸਰਕਾਰ ਦੇ ਵਕੀਲਾਂ ਦੀ ਟੀਮ। ਬੇਅਦਬੀ ਦੇ ਗੋਲੀकांड ਮਾਮਲਿਆਂ ਦੇ ਵਿੱਚ ਹੁਣ ਤੱਕ ਦੀ ਕਾਰਵਾਈ ਦੀ ਦਿੱਤੀ ਜਾਣਕਾਰੀ। ਮੋਰਚੇ ਨੇ ਵੀ ਜਤਾਈ ਸੰਤੁਸ਼ਟੀ। ਮੋਹਾਲੀ ਧਮਾਕੇ ਦੀ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ। ਇੰਟੈਲੀਜੈਂਸ ਵਿੰਗ ਦੇ ਦਫ਼ਤਰ ਨੇੜੇ ਤੋਂ ਲੰਘਦੀ ਨਜ਼ਰ ਆਈ ਇੱਕ ਸ਼ੱਕੀ ਕਾਰ। ਗੱਡੀ ਦੇ ਲੰਘਣ ਵੇਲੇ ਹੀ ਹੋਇਆ ਸੀ ਧਮਾਕਾ। ਸ਼ੱਕੀ ਕਾਰ ਤੇ ਸੀ ਹਰਿਆਣਾ ਦਾ ਜਾਲੀ ਨੰਬਰ। ਮੋਹਾਲੀ ਹਮਲੇ ਦੇ ਮੁਲਜ਼ਮ ਨਿਸ਼ਾਨ ਸਿੰਘ ਦਾ ਫਰੀਦਕੋਟ ਅਦਾਲਤ ਨੇ ਦਿੱਤਾ 5 ਦਿਨ ਦਾ ਰਿਮਾਂਡ। ਨਿਸ਼ਾਨ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲੈ ਕੇ ਆਵੇਗੀ ਮੋਹਾਲੀ ਪੁਲਿਸ। ਅਪਰਾਧਿਕ ਰਿਕਾਰਡ ਵਾਲੇ ਨਿਸ਼ਾਨ ਸਿੰਘ ਦੀ ਤਰਨਤਾਰਨ ਤੋਂ ਹੋਈ ਹੈ ਗ੍ਰਿਫਤਾਰੀ। ਧਰਮਸ਼ਾਲਾ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਗਾਉਣ ਵਾਲਾ ਮੁਲਜ਼ਮ ਮੋਰਿੰਡਾ ਤੋਂ ਕਾਬੂ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੀਤੀ ਤਸਦੀਕ। ਦੂਜੇ ਮੁਲਜ਼ਮ ਦੀ ਭਾਲ ਜਾਰੀ। ਅੱਤਵਾਦੀ ਘਟਨਾਵਾਂ ਨਾਲ ਨਜਿੱਠਣ ਦੇ ਲਈ ਹਰਿਆਣਾ ਸਰਕਾਰ ਬਣਾਏਗੀ ਐਂਟੀ ਟੈਰਰਿਜ਼ਮ ਸਕੁਐਡ। ਗ੍ਰਹਿ ਤੇ ਵਿਭਾਗ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਵਿਜ ਨੇ ATS ਬਣਾਉਣ ਦੇ ਦਿੱਤੇ ਹੁਕਮ। ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਮਾਨ ਸਰਕਾਰ ਸਖਤ। ਮੁੱਖ ਮੰਤਰੀ ਨੇ ਦਿੱਤੀ ਸਿੱਧੀ ਚੇਤਾਵਨੀ। ਕਿਹਾ 31 ਮਈ ਤੱਕ ਛੱਡ ਦਿਓ ਨਜਾਇਜ਼ ਕਬਜ਼ੇ, ਨਹੀਂ ਤਾਂ ਪਾਏ ਜਾਣਗੇ ਪੁਰਾਣੇ ਖਰਚੇ ਅਤੇ ਨਵੇਂ ਪਰਚੇ। ਮੈਡੀਕਲ ਸਿੱਖਿਆ ਤੇ ਸਿੰਚਾਈ ਵਿਭਾਗ ਦੇ ਵਿੱਚ ਨਵੀਆਂ ਨਿਯੁਕਤੀਆਂ। ਸੀਐਮ ਭਗਵੰਤ ਮਾਨ ਨੇ ਵੰਡੇ ਨਿਯੁਕਤੀ ਪੱਤਰ। ਮੁੱਖ ਮੰਤਰੀ ਨੇ ਧਰਨਾ ਦੇਣ ਵਾਲੇ ਨੌਜਵਾਨਾਂ ਨੂੰ ਵੀ ਕੀਤੀ ਅਪੀਲ। ਬੋਲੇ ਥੋੜਾ ਸਬਰ ਰੱਖੋ, ਸਭ ਨੂੰ ਮਿਲਣਗੇ ਜੁਆਇਨਿੰਗ ਲੈਟਰ। VIPs ਦੀ ਸੁਰੱਖਿਆ ਤੇ ਚੱਲੀ ਕੈਂਚੀ। ਪੰਜਾਬ ਸਰਕਾਰ ਨੇ ਹਰਸਿਮਰਤ ਕੌਰ ਬਾਦਲ, ਸੁਨੀਲ ਜਾਖੜ, ਰਜਿੰਦਰ ਕੌਰ ਭੱਠਲ ਦੀ ਸੁਰੱਖਿਆ 'ਚ ਕੀਤੀ ਕਟੌਤੀ। 8 ਲੀਡਰਾਂ ਦੀ ਘਟਾਈ ਗਈ ਸੁਰੱਖਿਆ। ਲੁਧਿਆਣਾ 'ਚ ਇੱਕ ਫੈਕਟਰੀ ਦੇ ਵਿੱਚੋਂ 16 ਲੱਖ ਰੁਪਏ ਦੀ ਲੁੱਟ। ਫੈਕਟਰੀ ਮਾਲਕ ਨੂੰ ਬੰਧਕ ਬਣਾ ਕੇ ਦਿੱਤਾ ਗਿਆ ਲੁੱਟ ਦੀ ਵਾਰਦਾਤ ਨੂੰ ਅੰਜਾਮ। ਪੁਲਿਸ ਖੰਗਾਲ ਰਹੀ CCTV। ਪਟਿਆਲਾ ਦੇ ਹਨੂਮਾਨ ਮੰਦਿਰ ਦੇ ਵਿੱਚ ਮਿਲੀਆਂ 2 ਲਾਸ਼ਾਂ। ਕਬਰ ਪੁੱਟ ਕੇ ਮੰਦਿਰ ਦੇ ਅੰਦਰ ਹੀ ਕੀਤਾ ਜਾ ਰਿਹਾ ਸੀ ਦਫਨ। ਮੌਕੇ ਤੇ ਪਹੁੰਚੀ ਪੁਲਿਸ। ਬਠਿੰਡਾ ਦੇ ਵਿੱਚ ਮੁਫਤ ਬੱਸ ਸਫ਼ਰ ਨੂੰ ਲੈ ਕੇ ਹੰਗਾਮਾ। ਟਿਕਟ ਕੱਟੇ ਜਾਣ ਤੇ PRTC ਦੀ ਬੱਸ ਅੱਗੇ ਲੇਟ ਗਈ ਬਜ਼ੁਰਗ ਮਹਿਲਾ। ਰਾਜਪੁਰੋ ਕਾਨੂੰਨ ਤੇ ਸੁਪਰੀਮ ਕੋਰਟ ਨੇ ਲਗਾਈ ਰੋਕ। ਪੁਨਰ ਵਿਚਾਰ ਤੱਕ ਨਹੀਂ ਦਰਜ ਹੋ ਸਕਣਗੇ ਨਵੇਂ ਕੇਸ। ਪਹਿਲਾਂ ਤੋਂ ਚੱਲ ਰਹੇ ਮਾਮਲਿਆਂ ਦੀ ਵੀ ਜਾਂਚ ਤੇ ਰੋਕ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੀ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਇਕੱਠ ਦੇ ਨਾਲ। ਇਕੱਠ ਜਿਸ ਦੇ ਜ਼ਰੀਏ ਸਰਕਾਰਾਂ ਤੱਕ ਇੱਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਇਕੱਠ ਹੁੰਦਾ ਹੈ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਤਾਂ ਕੋਸ਼ਿਸ਼ਾਂ ਤੇਜ਼ ਹੋਈਆਂ ਨੇ। ਹਰਮੰਦਰ ਸਾਹਿਬ ਦੇ ਵਿੱਚ ਬੁੱਧਵਾਰ ਨੂੰ ਪੰਥਕ ਇਕੱਠ ਹੋਇਆ, ਜਿੱਥੇ ਹੁਣ ਤੱਕ ਇੱਕ ਦੂਜੇ ਦਾ ਵਿਰੋਧ ਕਰਨ ਵਾਲੇ ਸਿੱਖ ਆਗੂ ਇਕੱਠੇ ਇੱਕੋ ਮੰਚ ਤੇ ਨਜ਼ਰ ਆਏ। ਕਈ ਸਾਲਾਂ ਤੋਂ ਜੇਲ੍ਹਾਂ 'ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਮੁੜ ਤੋਂ ਗਰਮਾ ਗਿਆ। SGPC ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਇਕੱਠ ਦਾ ਸੱਦਾ ਦਿੱਤਾ ਸੀ, ਜਿੱਥੇ ਕਿ ਸੁਖਬੀਰ ਬਾਦਲ ਸਣੇ तमाम ਪੰਥਕ ਆਗੂ ਇੱਕੋ ਮੰਚ ਤੇ ਨਜ਼ਰ ਆਏ ਨੇ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਇਕੱਠ ਦੌਰਾਨ 3 ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ 'ਚ तमाम ਜਥੇਬੰਦੀਆਂ ਨੂੰ ਇਕੱਠੇ ਰਹਿਣ, ਸਾਰੇ ਸੰਸਦ ਮੈਂਬਰਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨ ਸਣੇ ਇੱਕ ਸਾਂਝੀ ਕਮੇਟੀ ਬਣਾਉਣ ਦਾ ਅਹਿਦ ਕੀਤਾ ਗਿਆ ਹੈ। ਸਮੁੱਚੇ ਤੌਰ ਤੇ MP ਸਾਹਿਬਾਨ ਚਾਹੇ ਕਿਸੇ ਪਾਰਟੀ ਨਾਲ ਵੀ ਸੰਬੰਧਿਤ ਆ, ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਸਾਰੇ ਮੈਂਬਰ ਪਾਰਲੀਮੈਂਟ ਇੱਕ ਥਾਂ ਇਕੱਤਰ ਹੋ ਕੇ ਉਹਨਾਂ ਸਿੱਖ ਨਜ਼ਰਬੰਦਾਂ ਦੀ ਰਿਹਾਈ ਦਾ ਜਿਹੜਾ ਆ ਉਹ ਯਤਨ ਕਰੋ। ਚਾਹੇ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਪਵੇ, ਚਾਹੇ ਹੋਰ ਹੋਮ ਮਿਨਿਸਟਰ ਸਾਹਿਬ ਨੂੰ ਮਿਲਣਾ ਪਵੇ। ਉਧਰ ਇਕੱਠ 'ਚ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਕਮੇਟੀ ਦੇ ਹੁਕਮਾਂ ਦੀ ਪਾਲਣਾ ਦਾ ਐਲਾਨ ਕੀਤਾ ਹੈ, ਜਦਕਿ ਸਿਮਰਜੀਤ ਸਿੰਘ ਮਾਨ ਨੇ ਵੀ ਮਤੇ ਤੇ ਸਹਿਮਤੀ ਜਤਾਈ ਹੈ। ਉਹਨਾਂ ਕਿਹਾ ਹੈ ਕਿ ਬੰਦੀ ਸਿੰਘਾਂ ਨੂੰ ਬਾਹਰ ਲਿਆਉਣ ਲਈ ਜੇਕਰ ਮੋਰਚਾ ਵੀ ਲਾਉਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦੀ ਅਗਵਾਈ ਥੱਲੇ ਕਮੇਟੀ ਬਣਾ ਕੇ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਾਂ ਸੰਘਰਸ਼ ਕਰਾਂਗੇ। ਜੋ ਪ੍ਰੋਗਰਾਮ ਆ ਕਮੇਟੀ ਬਣਾਏਗੇ ਅਸੀਂ ਸਾਰੇ ਉਹ ਪ੍ਰੋਗਰਾਮ ਨੂੰ ਮੰਨਾਂਗੇ। ਬੰਦੀ ਸਿੰਘ ਹਕੂਮਤ ਨੇ 30 ਸਾਲ ਤੋਂ ਅੰਦਰ ਕੀਤੇ ਗਏ ਹੈ, ਉਹਨਾਂ ਨੂੰ ਹੁਣ ਆਪਾਂ ਨੇ ਜ਼ਰੂਰ ਕਢਾਉਣਾ ਹੈ। ਬੇਸ਼ੱਕ ਮੋਰਚਾ ਲੱਗ ਜੇ ਜਾਂ ਹਕੂਮਤ ਸੁਲਹ ਦੇ ਨਾਲ ਸਾਰਿਆਂ ਨੂੰ ਰਿਹਾ ਕਰਾ ਦੇ। ਪੰਥਕ ਇਕੱਠ 'ਚ ਪਹੁੰਚੇ ਜਥੇਦਾਰ ਦਾਦੂਵਾਲ ਅਤੇ ਹਰਨਾਮ ਸਿੰਘ ਖਾਲਸਾ ਨੇ ਕਿਹਾ ਹੈ ਕਿ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ 'ਚ ਬੰਦ ਨੇ ਅਤੇ ਕੇਂਦਰ ਸਰਕਾਰ ਨੂੰ ਇਸ ਪਾਸੇ ਜਲਦ ਧਿਆਨ ਦੇਣ ਦੀ ਲੋੜ ਹੈ। ਮਸਲਾ ਬਹੁਤ ਵੱਡਾ, ਸਾਡੇ ਜਿਨ੍ਹਾਂ ਸਿੱਖ ਕੁਰਬਾਨੀਆਂ ਕੀਤੀਆਂ ਨੇ ਲੰਬੇ ਸਮੇਂ ਤੋਂ ਤੇ ਜਿਨ੍ਹਾਂ ਨੇ ਆਪਣੀ ਇੰਨੀ ਕੁਰਬਾਨੀ ਕਰਕੇ ਤੇ ਅੱਜ ਉਹ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਜੀਵਨ ਬਤੀਤ ਹੋ ਰਿਹਾ, ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਤੇ ਰਿਹਾਈਆਂ ਨਹੀਂ ਹੋ ਰਹੀਆਂ ਉਹਨਾਂ ਦੀਆਂ, ਉਹਦੇ ਵਾਸਤੇ ਅਸੀਂ ਪਹਿਲਾਂ ਵੀ ਯਤਨਸ਼ੀਲ ਰਹੇ ਹਾਂ। ਜਿੰਨੇ ਵੀ ਜੇਲ੍ਹਾਂ ਵਿੱਚ ਸਿੰਘ ਬੈਠੇ ਆ ਉਹਨਾਂ ਦੀ ਰਿਹਾਈ ਵਾਸਤੇ ਜੀ ਸਾਂਝਾ ਸੰਘਰਸ਼ ਕਰਨ ਵਾਸਤੇ ਅੱਜ ਗੁਰਮਤਾ ਪਾਸ ਕੀਤਾ ਗਿਆ ਜੀ। ਔਰ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਾਰੀ ਰੂਪ ਰੇਖਾ ਉਲੀਕ ਕੇ ਸਾਰੇ ਪੰਥ ਦੇ ਅੱਗੇ ਰੱਖਣਗੇ ਔਰ ਸਾਰਾ ਪੰਥ ਇਸ ਗੁਰਮਤੇ ਉੱਤੇ ਫੁੱਲ ਚੜਾਵੇਗਾ। ਹਾਲਾਂਕਿ ਇਸ ਇਕੱਠ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਇਸ ਦਾ ਵਿਰੋਧ ਵੀ ਕੀਤਾ ਅਤੇ ਜਥੇਦਾਰ ਸਣੇ ਕਈ ਸਿੱਖ ਆਗੂਆਂ ਤੇ ਸਵਾਲ ਵੀ ਚੁੱਕੇ, ਪਰ ਇਸ ਦੇ ਬਾਵਜੂਦ ਵੀ ਸਿੱਖ ਆਗੂ ਇਸ ਮੁੱਦੇ ਤੇ ਇਕਜੁੱਟ ਨਜ਼ਰ ਆਏ ਨੇ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ। ਤਾਂ ਪੰਥਕ ਇਕੱਠ ਸੱਦਿਆ ਗਿਆ ਸੀ ਤੇ ਇਸ ਪੰਥਕ ਇਕੱਠ ਦੇ ਵਿੱਚ ਉਹ ਚਿਹਰੇ ਨਜ਼ਰ ਆਏ ਇਕੱਠੇ ਇੱਕ ਸਟੇਜ ਦੇ ਉੱਤੇ ਜੋ ਸਿਆਸੀ ਤੌਰ ਦੇ ਉੱਤੇ ਤੇ ਵਿਰੋਧੀ ਕਹੇ ਜਾਂਦੇ ਨੇ। ਉਧਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੋ ਰਹੀਆਂ ਕੋਸ਼ਿਸ਼ਾਂ ਦੇ ਵਿਚਾਲੇ ਰਵਨੀਤ ਬਿੱਟੂ ਕਾਂਗਰਸ ਦੇ ਐਮਪੀ ਕਹਿ ਰਹੇ ਨੇ ਕਿ ਰਾਜੋਆਣਾ ਵਰਗੇ ਲੋਕਾਂ ਦੀ ਰਿਹਾਈ ਮੰਗਣ ਵਾਲਿਆਂ ਦੇ ਖਿਲਾਫ ਪਰਚਾ ਹੋਣਾ ਚਾਹੀਦਾ, ਕੇਸ ਹੋਣਾ ਚਾਹੀਦਾ। ਸੁਖਬੀਰ ਬਾਦਲ ਤੇ ਰਾਜੋਆਣਾ ਦੀਆਂ ਮੁਲਾਕਾਤਾਂ ਨੂੰ ਲੈ ਕੇ ਸੁਖਬੀਰ ਦੀ ਇੰਟਰੋਗੇਸ਼ਨ ਹੋਣੀ ਚਾਹੀਦੀ ਹੈ, ਰਵਨੀਤ ਬਿੱਟੂ ਮੰਗ ਕਰ ਰਹੇ ਨੇ, ਜਿਸ ਦੇ ਉੱਤੇ ਅਕਾਲੀ ਦਲ ਨੇ ਵੀ ਪਲਟਵਾਰ ਕੀਤਾ। ਰਾਜੋਆਣੇ ਨੂੰ ਛਡਾਉਣ ਦੀ ਗੱਲ ਕਰਦੇ ਆ। ਅੱਜ ਕਿਵੇਂ ਪੰਜਾਬ 'ਚ ਅੱਗ ਲਾਤੀ? ਕੌਣ ਆ ਰਾਜੋਆਣਾ? ਅਕਾਲੀ ਦਲ ਪਿੱਛੇ ਵੋਟਾਂ ਮੰਗਦਾ ਬਾਹਰ, ਤੇ ਸੁਖਬੀਰ ਸਿੰਘ ਬਾਦਲ ਪਟਿਆਲਾ ਜੇਲ੍ਹ 'ਚ ਉਹਨਾਂ ਜਾ ਕੇ ਮੀਟਿੰਗਾਂ ਕਰਦਾ। ਸਭ ਤੋਂ ਪਹਿਲਾਂ ਤਾਂ ਸੁਖਬੀਰ ਬਾਦਲ ਦੀ ਇੰਟਰੋਗੇਸ਼ਨ ਹੋਣੀ ਚਾਹੀਦੀ ਹੈ ਵੀ ਇਹਦੇ ਪਿੱਛੇ ਇਹਨਾਂ ਦਾ ਕੀ ਰੋਲ ਆ। ਮੈਂ ਸਮਝਦਾ ਇਹ ਦੇਸ਼ ਧਰੋਹ ਦਾ ਮੁਕੱਦਮਾ ਤਾਂ ਇਹਨਾਂ ਤੇ ਹੋਣਾ ਚਾਹੀਦਾ, ਜਿਹੜੇ ਇਹੋ ਜਿਹੇ ਬੰਦਿਆਂ ਨੂੰ ਛਡਾਉਂਦੇ ਆ। ਇਹਨਾਂ ਨੂੰ ਇਹ ਲੱਗਦਾ ਵੀ ਸਰਦਾਰ ਬੇਅੰਤ ਸਿੰਘ ਤਾਂ ਸਾਡਾ ਹੀ ਸੀ, ਔਰ ਭਾਈ ਉਹ ਕਾਹਦੇ ਲਈ ਉਹਨਾਂ ਦੇ ਸ਼ਹੀਦ ਹੋਈ 17 ਬੰਦੇ ਨਾਲ ਹੋਰ ਬੜੇ ਤੇ 35,000। ਰਵਨੀਤ ਬਿੱਟੂ ਨੇ ਕਿਹਾ ਸੀ ਕਿ ਜੇ ਕੇਂਦਰ ਖੇਤੀ ਕਾਨੂੰਨ ਰੱਦ ਕਰ ਦੂ ਤੇ ਅਸੀਂ ਵੀ ਸਾਰੇ ਦੇ ਸਾਰੇ ਬੰਦੀ ਸਿੰਘਾਂ ਦੇ ਰਿਹਾਈ ਲਈ ਜਿਹੜੇ ਹੈਗੇ ਆ ਉਹ ਨਾਲ ਹੋ ਕੇ ਤੁਰਾਂਗੇ। ਪਹਿਲੀ ਗੱਲ ਉਸ ਗੱਲ ਤੋਂ ਪਲਟਿਆ। ਦੂਜੀ ਗੱਲ, ਤੁਹਾਡੇ ਆਕਾ ਦਿੱਲੀ 'ਚ ਬੈਠੇ ਗਾਂਧੀ ਪਰਿਵਾਰ ਨੇ ਰਾਜੀਵ ਗਾਂਧੀ ਦੇ ਜਿਹੜੇ ਕਤਲ ਦੇ ਵਿੱਚ ਲੋਕ ਸੀ ਉਹਨਾਂ ਨੂੰ ਮਾਫ ਕਰਤਾ। ਤੁਸੀਂ ਕੁਝ ਉਹਨਾਂ ਤੋਂ ਹੀ ਸਿੱਖ ਲਓ। ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਨੇ ਕੋਸ਼ਿਸ਼ ਕਰਕੇ ਜਿਹੜੀ ਫਾਂਸੀ ਦੀ ਉਸ ਵੇਲੇ ਆਰਡਰ ਸੀਗਾ ਉਹ ਵਾਪਸ ਕਰਾਉਣ ਲਈ ਪਟੀਸ਼ਨ ਪਾਈ ਤੇ 550 ਸਾਲਾਂ ਤੇ ਕੇਂਦਰ ਸਰਕਾਰ ਨੇ ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਉਮਰ ਕੈਦ 'ਚ ਕਰਤੀ। ਉਮਰ ਕੈਦ ਤੋਂ ਵੱਧ ਰਾਜੋਆਣਾ ਸਾਹਿਬ ਪਹਿਲਾਂ ਹੀ ਸਜ਼ਾ ਕੱਟ ਚੁੱਕੇ ਆ, ਕਿਉਂਕਿ 26, 27, 28 ਸਾਲ ਬਿਨਾਂ ਪੈਰੋਲ ਤੋਂ ਉਹ ਜੇਲ੍ਹ ਦੇ ਵਿੱਚ ਬੈਠੇ ਹੋਏ ਨੇ। ਤਾਂ ਰਵਨੀਤ ਬਿੱਟੂ ਦੀਆਂ ਤਲਖ ਸਟੇਟਮੈਂਟ ਦੇ ਉੱਤੇ ਅਕਾਲੀ ਦਲ ਦੇ ਵੱਲੋਂ ਪਲਟਵਾਰ ਕੀਤਾ ਜਾ ਰਿਹਾ ਹੈ। ਉਧਰ ਰਵਨੀਤ ਬਿੱਟੂ ਨੇ ਐਸਜੀਪੀਸੀ ਤੇ ਜਥੇਦਾਰ ਨੂੰ ਲੈ ਕੇ ਵੀ ਬਿਆਨ ਦਿੱਤਾ। ਬਿੱਟੂ ਨੇ ਐਸਜੀਪੀਸੀ ਨੂੰ ਬਾਦਲਾਂ ਦਾ ਟੋਲਾ ਤੇ ਜਥੇਦਾਰ ਨੂੰ ਕਠਪੁਤਲੀ ਤੱਕ ਕਹਿ ਦਿੱਤਾ। ਤਾਂ ਅਕਾਲੀ ਦਲ ਨੇ ਬਿੱਟੂ ਨੂੰ ਜ਼ੁਬਾਨ ਤੇ ਲਗਾਮ ਲਗਾਉਣ ਦੀ ਸਲਾਹ ਦਿੱਤੀ ਹੈ। ਐਸਜੀਪੀਸੀ ਕੀ ਹੈ? ਐਸਜੀਪੀਸੀ ਤਾਂ ਇੱਕ ਬਕਾਊ ਜਿਹੜੀ ਆ, ਇੱਕ ਬਾਦਲ ਦਾ ਟੋਲਾ ਹੈ ਜਿਹੜਾ ਕਿ ਇਹੀ ਐਸਜੀਪੀਸੀ ਉਹ ਪੈਸੇ ਦੇ ਰਿਹਾ। ਹੋਰ ਰੋਹਤਗੀ ਸਾਹਿਬ ਨੂੰ, ਜਿਹੜੇ ਮੁਕਲ ਰੋਹਤਗੀ ਨੂੰ ਪੈਸੇ ਕੌਣ ਦੇ ਰਿਹਾ? ਇਹ ਗੁਰਦੁਆਰੇ ਜਿਹੜਾ ਚੜਾਵਾ ਸਾਡਾ ਏ ਉਹ ਬਾਦਲ ਜਿਹੜਾ ਉੱਥੇ ਪੈਸੇ ਦੇ ਰਿਹਾ ਉਹਨਾਂ ਨੂੰ ਹੈ ਜੀ। ਕਿਹੜੇ ਜਥੇਦਾਰ? ਜਥੇਦਾਰ ਤਾਂ ਤੁਹਾਨੂੰ ਪਤਾ ਹੀ ਹੈ ਯਾਰ ਕੀ ਨੇ। ਜਥੇਦਾਰ ਬਾਰੇ ਕਿਸੇ ਦੁਨੀਆ ਨੂੰ ਨਹੀਂ ਪਤਾ ਕੀ ਆ। ਸਿਰਫ ਇੱਕ ਕਠਪੁਤਲੀ ਆ ਬਾਦਲ ਦੇ, ਹੋਰ ਉਹ ਕੀ ਨੇ ਇਦੋਂ ਬਾਅਦ। ਇਸ ਕਰਕੇ ਜੇ ਜਥੇਦਾਰ ਅਸਲੀ ਅਕਾਲ ਤਖਤ ਦੇ ਜਥੇਦਾਰ, ਇਹ ਤਾਂ ਹਵਾਰੇ ਨੂੰ ਰੋਜ਼ ਕਹਿ ਦਿੰਦੇ ਆ ਜਥੇਦਾਰ ਅਕਾਲ ਤਖਤ ਦਾ, ਜਿਹਦਾ ਦਿਮਾਗ ਠੀਕ ਨਹੀਂਗਾ, ਜਿਹਦਾ ਤੁਸੀਂ ਇਲਾਜ ਕਰਾਉਣ ਦੀ ਗੱਲ ਕਰ ਰਹੇ ਹੋ। ਆਪ ਹਾਈ ਕੋਰਟ ਨੇ ਇਲਾਜ ਕਰਾਉਣ ਨੂੰ ਦਿੱਤਾ ਤੇ ਉਹਨਾਂ ਨੂੰ ਤੁਸੀਂ ਜਥੇਦਾਰ ਮੰਨੀ ਬੈਠੇ ਹੋ। ਇਸ ਕਰਕੇ ਸਮਝ ਨਹੀਂ ਆਉਂਦੀ ਮੈਨੂੰ ਵੀ ਕਈ ਵਾਰ ਇਹ ਵਿਦੇਸ਼ੀ ਤਾਕਤਾਂ ਕਿਹੜੇ ਨੂੰ ਇੱਕ ਤਾਂ ਆਪਣੀ ਜ਼ੁਬਾਨ ਤੇ ਥੋੜਾ ਕੰਟਰੋਲ ਰੱਖਣਾ ਚਾਹੀਦਾ ਹੈ। ਸਾਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਢਾਉਣ ਵਾਲੀਆਂ ਪਾਰਟੀਆਂ ਜਾਂ ਉਹਦੇ 'ਚ ਢਾਉਣ ਵਾਲੀਆਂ ਪਾਰਟੀਆਂ 'ਚ ਬੈਠੇ ਲੋਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਨਹੀਂ ਮੰਨਣਗੇ।
ਐਸਜੀਪੀਸੀ ਤੇ ਵੀ ਖਟਾਸ ਕਰਨਗੇ, ਪਰ ਆਹ ਨਵਾਂ ਮਾਮਲਾ ਜਿਹੜਾ ਸ਼ੁਰੂ ਕੀਤਾ ਹੈ, ਇਹ ਮੈਂ ਸਮਝਦਾ ਕਿ ਅਤ ਨਿੰਦਣਯੋਗ ਹੈ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਰਾਜਧਰੋਹ ਦੇ ਮੁੱਦੇ ਦੀ, ਰਾਜਧਰੋਹ ਕਾਨੂੰਨ ਦੇ ਮੁੱਦੇ ਦੀ, ਜਿਸ ਨੂੰ ਲੈ ਕੇ ਦੇਸ਼ ਦੇ ਵਿੱਚ ਖੂਬ ਚਰਚਾ ਇਸ ਸਮੇਂ ਹੋ ਰਹੀ ਹੈ। ਪਰ ਸੁਪਰੀਮ ਕੋਰਟ ਨੇ ਇਸ ਪੂਰੇ ਮਾਮਲੇ ਦੇ ਉੱਤੇ ਵੱਡਾ ਫੈਸਲਾ ਦਿੱਤਾ। ਰਾਜਧਰੋਹ ਦੇ ਮਾਮਲੇ ਦੇ ਵਿੱਚ ਪੁਰਾਣੀ ਕਾਰਵਾਈ ਦੇ ਉੱਤੇ ਰੋਕ ਸੁਪਰੀਮ ਕੋਰਟ ਦੇ ਵੱਲੋਂ ਲਗਾ ਦਿੱਤੀ ਗਈ। ਰਾਜਧਰੋਹ ਦਾ ਕੋਈ ਨਵਾਂ ਕੇਸ ਦਰਜ ਨਾ ਕੀਤਾ ਜਾਵੇ, 124A ਦੇ ਤਹਿਤ ਕੋਈ ਨਵਾਂ ਕੇਸ ਦਰਜ ਨਾ ਹੋਵੇ। ਪਹਿਲਾਂ ਤੋਂ ਚੱਲ ਰਹੇ ਮਾਮਲਿਆਂ ਦੀ ਜਾਂਚ ਦੇ ਉੱਤੇ ਵੀ ਸੁਪਰੀਮ ਕੋਰਟ ਨੇ, ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ, ਰੋਕ ਲਗਾ ਦਿੱਤੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਜੁਲਾਈ ਦੇ ਤੀਜੇ ਹਫ਼ਤੇ ਦੇ ਵਿੱਚ ਮਾਮਲੇ ਦੀ ਮੁੜ ਤੋਂ ਸੁਣਵਾਈ ਹੋਵੇਗੀ। ਅਗਲੇ ਹੁਕਮਾਂ ਤੱਕ ਸੁਪਰੀਮ ਕੋਰਟ ਦੇ ਆਦੇਸ਼ ਹੀ ਲਾਗੂ ਰਹਿਣਗੇ। ਚੀਫ ਜਸਟਿਸ ਆਫ ਇੰਡੀਆ NV ਰਮਣਾ ਦੀ ਬੈਂਚ ਇਸ ਪੂਰੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕਿਹਾ ਕਿ ਉਹ ਰਾਜਧਰੋਹ ਕਾਨੂੰਨ ਦੇ ਉੱਤੇ ਵਿਚਾਰ ਕਰ ਰਹੀ ਹੈ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ। ਇਹ ਬਹੁਤ ਚੰਗੀ ਗੱਲ ਹੈ ਜੀ, ਅਸੀਂ ਤਾਂ ਕਹਿੰਦੇ ਬਹੁਤ ਚੰਗੀ ਗੱਲ ਹੈ, ਕਿਉਂਕਿ ਅੰਧਾ ਧੁੰਦ ਹੀ ਬਲੂ ਸਟਾਰ ਤੋਂ ਬਾਅਦ ਕਦੇ ਟਾਡਾ ਲੱਗ ਗਈ, ਕਦੇ ਪੋਟਾ ਲੱਗ ਗਈ ਤੇ ਦੁਰਵਰਤੋਂ ਹੁੰਦੀ ਸੀ। ਤੇ ਦੇਸ਼ ਧਰੋਹ ਦਾ ਜਿਹੜਾ ਪਹਿਲਾਂ ਸਾਡੇ 124 153 IPC ਦੀਆਂ ਸੈਕਸ਼ਨਸ ਆ ਤੇ ਉਹਨਾਂ ਦੀ ਦੁਰਵਰਤੋਂ ਹੁੰਦੀ ਸੀ। ਤੇ ਮੈਂ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੇ ਇਸ ਫੈਸਲੇ ਦਾ ਸਵਾਗਤ ਕਰਦਾ। ਬਹੁਤ ਚੰਗਾ ਕਦਮ ਜਿਹੜਾ ਪਹਿਲਾਂ ਹੋ ਜਾਣਾ ਚਾਹੀਦਾ ਸੀ, ਉਹਨਾਂ ਨੇ ਵਧੀਆ ਜੱਜਮੈਂਟ ਦਿੱਤੀ। ਹੁਣ ਅੱਗੇ ਵਧਦੇ ਤੇ ਗੱਲ ਹੋਵੇਗੀ ਪੰਜਾਬ ਦੇ ਵੱਡੇ ਸਿਆਸਤਦਾਨਾਂ ਦੀ, VVIPs ਦੀ, ਜਿਨ੍ਹਾਂ ਦੀ ਸੁਰੱਖਿਆ ਦੇ ਉੱਤੇ ਮਾਨ ਸਰਕਾਰ ਨੇ ਕੈਂਚੀ ਚਲਾਈ ਹੈ। 8 ਸਿਆਸਤਦਾਨਾਂ ਦੀ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ ਹੈ, ਜਿਨ੍ਹਾਂ ਦੇ ਵਿੱਚ ਨਾਮ ਹਰਸਿਮਰਤ ਕੌਰ ਬਾਦਲ ਦਾ ਵੀ ਹੈ, ਸੁਨੀਲ ਜਾਖੜ ਦਾ ਵੀ ਹੈ, ਸਾਬਕਾ CM ਰਜਿੰਦਰ ਕੌਰ ਭੱਠਲ ਦਾ ਵੀ ਹੈ। ਤਾਂ ਜਾਖੜ, ਵਿਜੇਂਦਰ ਸਿੰਗਲਾ, ਭੱਠਲ ਦੀ ਸੁਰੱਖਿਆ ਘਟਾਈ ਗਈ ਹੈ। ਕੇਵਲ ਢਿੱਲੋਂ, ਨਵਤੇਜ ਚੀਮਾ ਦੀ ਸੁਰੱਖਿਆ ਨੂੰ ਵੀ ਘਟਾਇਆ ਗਿਆ ਹੈ। ਭੱਠਲ ਦੇ ਕੋਲੋਂ 3 ਗੱਡੀਆਂ, 28 ਸੁਰੱਖਿਆ ਮੁਲਾਜ਼ਮ ਵਾਪਸ ਲਏ ਗਏ ਨੇ। ਤਾਂ VIP ਦੀ ਸੁਰੱਖਿਆ ਦੇ ਉੱਤੇ ਕੈਂਚੀ ਚੱਲੀ ਹੈ। ਪਰਮਿੰਦਰ ਪਿੰਕੀ ਕੋਲ Z ਸੁਰੱਖਿਆ ਹੈ, 28 ਮੁਲਾਜ਼ਮ ਤੇ 1 ਗੱਡੀ ਸੀ, ਜਦਕਿ ਹੁਣ 26 ਮੁਲਾਜ਼ਮ ਤੇ 1 ਗੱਡੀ ਵਾਪਸ ਲੈ ਲਈ ਗਈ ਹੈ। ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਬਣ ਚੁੱਕੇ ਨੇ, ਸਿਰਫ 2 ਮੁਲਾਜ਼ਮ ਹੀ ਉਹਨਾਂ ਦੇ ਕੋਲ ਰਹਿਣਗੇ। ਉਸ ਤੋਂ ਬਾਅਦ OP ਸੋਨੀ Z ਕੈਟਾਗਰੀ ਦੀ ਸੁਰੱਖਿਆ, ਇਹਨਾਂ ਦੇ ਕੋਲ 37 ਮੁਲਾਜ਼ਮ, 1 ਗੱਡੀ ਸੀ, 19 ਮੁਲਾਜ਼ਮ ਵਾਪਸ ਲੈ ਲਏ ਗਏ ਨੇ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਮੋਹਾਲੀ ਦੀ ਹੋਏਗੀ। ਮੋਹਾਲੀ ਧਮਾਕੇ ਦੀ, ਮੋਹਾਲੀ ਹਮਲੇ ਦੀ ਜਾਂਚ ਦੇ ਵਿੱਚ ਤੇਜ਼ੀ ਆਈ ਹੈ ਤੇ ਜਿਹੜੀ CCTV ਫੁਟੇਜ ਸਾਹਮਣੇ ਆਈ ਹੈ ਉਹ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਸ ਮਾਮਲੇ ਦੇ ਵਿੱਚ ਹੁਣ ਤੱਕ ਜੋ ਅਪਡੇਟ ਹੈ, ਇੱਕ ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਤੇ ਉਸ ਤੋਂ ਬਾਅਦ ਇਹ CCTV, ਇਹ ਪੂਰੀ ਬਿਲਡਿੰਗ ਦੇ ਅੱਗੇ ਦੀ CCTV ਹੈ, ਬਿਲਡਿੰਗ ਇੰਟੈਲੀਜੈਂਸ ਦਾ ਦਫ਼ਤਰ, ਤੇ ਉੱਥੋਂ ਇੱਕ ਗੱਡੀ ਨਿਕਲਦੀ ਹੈ। ਤੁਸੀਂ ਇਹ ਅਸੀਂ ਸਰਕਲ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਹੁਤ ਦੂਰ ਤੋਂ ਇਹ CCTV ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਸ਼ੱਕੀ ਕਾਰ ਇਹ ਦੱਸੀ ਜਾ ਰਹੀ ਹੈ ਕਿ ਜਿਹੜੀ ਇਹ ਬਿਲਕੁਲ ਉਸੇ ਮੌਕੇ ਦੇ ਉੱਤੇ ਕਾਰ ਜਿਹੜੀ ਨਿਕਲ ਰਹੀ ਹੈ ਕਿ ਇਸ ਦੇ ਵਿੱਚੋਂ ਹੀ ਰਾਕੇਟ ਲਾਂਚਰ ਦਾਗਿਆ ਗਿਆ ਸੀ। ਤਾਂ ਉਸ ਦੀ CCTV ਹੁਣ ਜਾਰੀ ਜ਼ਰੂਰ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਕਾਰ ਦੇ ਲੰਘਦੇ ਹੀ ਬਲਾਸਟ ਹੋਇਆ। ਤੁਸੀਂ ਧਿਆਨ ਨਾਲ ਤਸਵੀਰਾਂ ਨਾਲ ਦੇਖੋ, ਮੈਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਹੀ ਕਾਰ ਉੱਥੋਂ ਲੰਘਦੀ ਹੈ ਤਾਂ ਤੁਹਾਨੂੰ ਇੱਕ ਲਾਈਟ ਬਲਿੰਕ ਜੀ ਕਰਦੀ ਹੋਈ ਨਜ਼ਰ ਆਏਗੀ CCTV ਦੇ ਵਿੱਚ। ਬਿਲਕੁਲ ਉਸੇ ਟਾਈਮ ਧਮਾਕਾ ਹੁੰਦਾ ਜਿਸ ਟਾਈਮ ਇਹ ਕਾਰ ਲੰਘ ਰਹੀ ਹੈ। ਤਾਂ ਇਸ CCTV ਦੇ ਆਧਾਰ ਦੇ ਉੱਤੇ ਇਸ ਸਮੇਂ ਜ਼ਰੂਰ ਇਹ ਕਿਹਾ ਜਾ ਰਿਹਾ ਕਿ ਇਹ ਸ਼ੱਕੀ ਕਾਰ ਹੈ ਜਿਸ ਦੇ ਜ਼ਰੀਏ ਇਸ ਰਾਕੇਟ ਲਾਂਚਰ ਨੂੰ ਦਾਗਿਆ ਗਿਆ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਗੱਡੀ ਉਸ ਤੋਂ ਬਾਅਦ ਟੋਲ ਪਲਾਜ਼ਾ ਦੱਪੜ ਦੇਖੀ ਗਈ, ਯਾਨੀ ਕਿ ਅੰਬਾਲਾ ਵਾਲੇ ਪਾਸੇ ਨੂੰ ਜਾਂਦੀ ਹੋਈ ਦੇਖੀ ਗਈ। ਤਾਂ ਮੋਹਾਲੀ ਹਮਲੇ ਦੀ ਜਾਂਚ ਦੇ ਵਿੱਚ ਤੇਜ਼ੀ ਆਈ ਹੈ। ਪੁਲਿਸ ਨੇ ਇੰਟੈਲੀਜੈਂਸ ਦਫ਼ਤਰ ਦੇ ਰਾਕੇਟ ਦਾਗਣ ਵਾਲਾ ਲਾਂਚਰ ਵੀ ਬਰਾਮਦ ਕਰ ਲਿਆ ਹੈ ਤੇ ਤਰਨਤਾਰਨ ਦੇ ਇਸ ਮਾਮਲੇ ਦੇ ਵਿੱਚ ਨਿਸ਼ਾਨ ਸਿੰਘ ਨਾਮ ਦੇ ਇੱਕ ਨੌਜਵਾਨ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਨਿਸ਼ਾਨ ਸਿੰਘ ਦਾ ਅਪਰਾਧਿਕ ਰਿਕਾਰਡ ਹੈ। ਕੁਝ ਕਰੀਬੀ ਰਿਸ਼ਤੇਦਾਰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਨੇ। ਇਸ ਵਿਚਾਲੇ ਮੋਹਾਲੀ ਹਮਲੇ ਦੇ ਨਾਲ ਜੁੜੀ ਇੱਕ CCTV ਤਸਵੀਰ ਵੀ ਸਾਹਮਣੇ ਆਈ ਜੋ ਮੈਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਸ ਦੇ ਵਿੱਚ ਹਮਲੇ ਦੌਰਾਨ ਵਰਤੀ ਗਈ ਕਾਰ ਨਜ਼ਰ ਆਉਂਦੀ ਹੈ ਔਰ ਜਿਸ ਕਾਰ ਦੇ ਉੱਤੇ ਹਰਿਆਣਾ ਦਾ ਜਾਲੀ ਨੰਬਰ ਲੱਗਿਆ ਹੋਇਆ ਸੀ। ਪੁਲਿਸ ਇਸ ਹਮਲੇ ਦੀਆਂ ਪਰਤਾਂ ਹੁਣ ਖੋਲ ਰਹੀ ਹੈ ਤੇ ਕੁਝ ਦਿਨ ਪਹਿਲਾਂ ਕਰਨਾਲ ਦੇ ਵਿੱਚ ਫੜੇ ਗਏ ਮੁਲਜ਼ਮਾਂ ਤੋਂ ਵੀ ਇਸ ਮਾਮਲੇ 'ਚ ਪੁੱਛ ਪੜਤਾਲ ਜਾਰੀ ਹੈ ਕਿਉਂਕਿ ਪੁਲਿਸ ਦੀ ਜਾਂਚ ਦੀਆਂ ਤਾਰਾਂ ਪਾਕਿਸਤਾਨ ਦੇ ਵਿੱਚ ਬੈਠੇ ਰਿੰਦਾ ਦੇ ਨਾਲ ਵੀ ਜੁੜਦੀਆਂ ਨਜ਼ਰ ਆ ਰਹੀਆਂ ਨੇ। 5 ਤਸਵੀਰਾਂ, ਪੂਰਾ ਅਪਡੇਟ ਮੋਹਾਲੀ ਧਮਾਕੇ ਦੀ ਘਟਨਾ ਦਾ। ਉਧਰ ਮੋਹਾਲੀ ਹਮਲੇ ਦੇ ਵਿੱਚ ਲਾਂਚਰ ਬਰਾਮਦ ਕਰਵਾਉਣ ਵਾਲੀ ਮਹਿਲਾ ਨੇ ਨਿਊਜ਼ 18 ਨੂੰ ਦੱਸਿਆ ਕਿ ਉਸ ਨੂੰ ਲਾਂਚਰ ਕਿੱਥੇ ਮਿਲਿਆ ਸੀ ਅਤੇ ਕਿਵੇਂ ਉਸਨੇ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ।
ਤੁਸੀਂ ਜਿਹੜੀ ਚੀਜ਼ਾਂ ਦੇਖੀ, ਜਿਹੜੀ ਚੀਜ਼ ਦੇਖੀ ਤੁਸੀਂ? ਦੇਖੀ ਗਿਆ ਤੇ ਮੈਂ ਤਾਂ ਤਾਲਾ ਧਰ ਚ ਵੀ ਪਈ ਸੀ ਉਹ। ਅੱਛਾ। ਮੈਂ ਕਿਹੜਾ ਉਸਕਾ ਕਰਿਆ, ਮੈਂ ਤਾਂ ਬਸ ਨੂੰ ਦੇਖਿਆ ਵੀ ਮੇਰੀ ਮੈਸ ਨੇ ਬੋਤਲ ਭੰਨਤੀ। ਅੱਛਾ। ਮੈਂ ਕਿਹਾ ਮੈਸ ਮੇਰੀ ਡਰ ਗਈ, ਮੈਂ ਭੱਜ ਕੇ ਪਰਾਂ ਹੋ ਗਈ। ਅੱਛਾ। ਮੈਸ ਨੇ ਛਾਲ ਮਾਰੀ। ਅੱਛਾ। ਮੈਂ ਕਿਹਾ ਉਹ ਮਰ ਜਾਓ, बोतल नहीं हैगी वो। अच्छा जी। ये तो खबर है क्या चीज है। बस ਸੀਗੀ ਕਿਸ ਤਰ੍ਹਾਂ ਦੀ ਚੀਜ਼ ਸੀਗੀ ਉਹ? ਕੀ ਸੀਗਾ? मतलब बस वो तो इतना थी जितना ये छोटी है। अच्छा। हाँ बस पुलिस पहुंच गई थी उत्ते? पुलिस तो बहुत फिर रही थी पुत। अच्छा। पुलिस बहुत फिर रही थी। अच्छा। हाँ मैनू कहना पता था इस गल का, मैं कहता मैं मर जो मैं पुलिस वाले खड़े थे वो भी आगे डर कर। अच्छा। कहते बेबे क्या हो गया क्या हो गया। अच्छा। कहते बेबे कंबा ना कुछ नहीं होता। अच्छा। भी तो बहुत बढ़िया काम होया तेरा। अच्छा। बहुत बढ़िया होया तो डरा ना कहता। अच्छा उन्होंने क्या डरिया ना, तुसी किसी तरह की कोई वो नहीं है? हाँ भी डरो ना, भी थोड़ा क्या कसूर है। हाँ बिल्कुल। ये तो थोड़ी मैच ने काम संभालिया बलकन कहते। अच्छा। हाँ ਤੇ ਯਾਨੀ ਕਿ ਜਿਹੜੀ ਤੁਸੀਂ ਕਰਦੇ ਹੋ ਭੈਂਸ ਵਗੈਰਾ ਉਹਦੇ ਪੈਰ 'ਚ ਆਈ ਸੀ ਅਚਾਨਕ ਇਹ ਜਿਹੜਾ ਲਾਂਚ ਸੀ? हाँ वो तो उधर पैर तो रहना मैच ने आऊँ। अच्छा। मैं तो डर गई ना मेरी। हाँ। हाँ मेरे पुत्र किस तरह ਦੀ ਚੀਜ਼ ਸੀਗੀ ਉਹ? ਲੰਬਾ ਜਿਹਾ ਕੋਈ ਲਾਂਚਰ टाइप ਸੀਗਾ? किस तरह? मैं तो वो तो निगाह नहीं करी, बस इतना का था छोटी इस वर्ग का। अच्छा। मैं तो बस देख कर डर गई, मैं तो भज ली, मैं तो उठे थे बस मेरे पुत्र। अच्छा। मैं नहीं देखा, मैं तो ਪੁਲਿਸ ਵਾਲੇ ਨੇ ਕੁਝ ਕਿਹਾ ਕਿ ਵੀ ਕਿਸ ਤਰ੍ਹਾਂ ਦੀ ਕੋਈ ਦੱਸਿਆ ਤੁਹਾਨੂੰ? ना उन्होंने कुछ नहीं कहा, कहते बेबे बहुत चंगा करा तेरी भैंस ने। अच्छा। ਅਸੀਂ तो भी बहुत चंगा करा तै ना डर कहता। ਅੱਛਾ। हाँ तेन कुछ नहीं होता। तो जो लॉन्चर बरामद किया गया इस महिला ने सब तो पहला देखा तो उस बाद पुलिस ਨੂੰ ਇਤਲਾਹ ਦਿੱਤੀ ਗਈ। ਇਸ ਸਭ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਮੁਲਜ਼ਮ ਨੂੰ 5 ਦਿਨ ਦੀ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਹੈ, ਜਿਸ ਦੀ ਗ੍ਰਿਫਤਾਰੀ ਤਰਨਤਾਰਨ ਤੋਂ ਹੋਈ ਸੀ। ਸਰਹੱਦੀ ਪਿੰਡ ਤੋਂ ਤਰਨਤਾਰਨ ਤੋਂ ਗ੍ਰਿਫਤਾਰੀ ਉਸ ਦੀ ਹੋਈ ਹੈ। ਨਿਸ਼ਾਨ ਸਿੰਘ ਦਾ ਫਰੀਦਕੋਟ ਕੋਰਟ ਨੇ ਰਿਮਾਂਡ ਦਿੱਤਾ ਹੈ ਤੇ ਨਿਸ਼ਾਨ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਹੁਣ ਮੋਹਾਲੀ ਪੁਲਿਸ ਲੈ ਕੇ ਆਵੇਗੀ। ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਤੇ ਫਰੀਦਕੋਟ ਪੁਲਿਸ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਕੀਤਾ ਗਿਆ ਸੀ। ਤਰਨਤਾਰਨ ਤੋਂ ਗ੍ਰਿਫਤਾਰੀ ਹੋਈ ਹੈ, ਫਰੀਦਕੋਟ ਤੇ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਤਾਂ ਪੰਜਾਬ ਭਰ ਦੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਲੱਗੀ ਹੋਈ ਹੈ ਕਿ ਕਿਸ ਤਰੀਕੇ ਨਾਲ ਇਸ ਮਾਮਲੇ 'ਚ ਜਲਦ ਤੋਂ ਜਲਦ ਜਿਹੜੇ ਤੱਥ ਨੇ ਉਹ ਸਾਹਮਣੇ ਆ ਸਕਣ। ਤੇ ਇਸ ਵਿਚਾਲੇ ਇਹ ਵੱਡੀ ਲੀਡ ਪੁਲਿਸ ਨੂੰ ਮਿਲੀ ਹੈ ਨਿਸ਼ਾਨ ਸਿੰਘ ਦੇ ਰੂਪ ਦੇ ਵਿੱਚ, ਜਿਸ ਨੂੰ ਗ੍ਰਿਫਤਾਰ ਕਰਕੇ 5 ਦਿਨ ਦਾ ਰਿਮਾਂਡ ਪੁਲਿਸ ਨੇ ਹਾਸਲ ਕਰ ਲਿਆ ਅਦਾਲਤ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਨਜਾਇਜ਼ ਕਬਜ਼ਿਆਂ ਦੀ। ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ, ਖਾਸ ਤੌਰ ਤੇ ਮੁੱਖ ਮੰਤਰੀ ਸਖਤ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਚੇਤਾਵਨੀ ਦਿੱਤੀ ਗਈ ਜਿਨ੍ਹਾਂ ਦੇ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਨੇ ਤੇ ਇਹ ਚੇਤਾਵਨੀ ਭਰੇ ਲਹਿਜੇ ਦੇ ਵਿੱਚ ਕਿਹਾ ਗਿਆ ਕਿ ਕਬਜ਼ੇ ਛੱਡ ਦਿਓ 31 ਮਈ ਤੱਕ। ਸੀਐਮ ਮਾਨ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਕਿ 31 ਮਈ ਤੱਕ ਨਜਾਇਜ਼ ਕਬਜ਼ੇ ਛੱਡ ਦਿੱਤੇ ਜਾਣ, ਸਰਕਾਰ ਨੂੰ ਜ਼ਮੀਨਾਂ ਵਾਪਸ ਕਰ ਦਿੱਤੀਆਂ ਜਾਣ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦੇ ਉੱਤੇ ਪੁਰਾਣੇ ਖਰਚੇ ਪਾਏ ਜਾਣਗੇ ਅਤੇ ਫਿਰ ਨਵੇਂ ਪਰਚੇ ਵੀ ਪਾਏ ਜਾ ਸਕਦੇ ਨੇ। ਤੇ ਬਹੁਤ ਤਲਖ ਟਿੱਪਣੀ ਤੁਸੀਂ ਕਹਿ ਸਕਦੇ ਹੋ, ਪਰ ਦੇਖਣਾ ਹੋਵੇਗਾ ਕਿ 31 ਮਈ ਤੱਕ ਸਰਕਾਰ ਦੀ ਇਸ ਅਪੀਲ ਦਾ ਕਿੰਨਾ ਕੁ ਅਸਰ ਹੁੰਦਾ ਹੈ ਤੇ ਕਿੰਨੇ ਕੁ ਲੋਕਾਂ ਦੇ ਵੱਲੋਂ ਜੋ ਨਜਾਇਜ਼ ਕਬਜ਼ੇ ਕੀਤੇ ਗਏ ਨੇ ਉਹ ਛੱਡੇ ਜਾਂਦੇ ਨੇ। ਸੀਐਮ ਕਹਿ ਰਹੇ ਨੇ ਕਿ ਨਜਾਇਜ਼ ਕਬਜ਼ੇ ਛੱਡਣੇ ਹੋਣਗੇ, ਨਹੀਂ ਤਾਂ ਫਿਰ ਐਕਸ਼ਨ ਹੋਏਗਾ। ਚੰਡੀਗੜ੍ਹ ਦੇ ਨੇੜੇ ਬਹੁਤ ਮਹਿੰਗੀਆਂ ਜ਼ਮੀਨਾਂ ਕਹਿੰਦੇ ਸਿਆਸੀ ਲੀਡਰਾਂ ਦੀਆਂ, ਉਹਨਾਂ ਦੇ ਫੋਨ ਆਣੇ ਸ਼ੁਰੂ ਹੋਏ ਜਾਂ ਇਹ ਬੁਲਡੋਜ਼ਰ ਜਿਹੜਾ ਵਾ ਇਹ ਚੰਡੀਗੜ੍ਹ ਦੇ ਨੇੜੇ ਤੇੜੇ ਵੀ ਚੱਲੇਗਾ? ਮੈਂ ਕਿਹਾ ਜੀ ਜਦੋਂ ਚੰਡੀਗੜ੍ਹ ਦੇ ਨੇੜੇ ਤੇੜੇ ਚੱਲਿਆ, ਚੰਡੀਗੜ੍ਹ ਤੋਂ ਚੱਲੇ ਬੁਲਡੋਜ਼ਰ ਦੀਆਂ ਧੂੜਾਂ ਜਿਹੜੀਆਂ ਇਕੱਠੇ ਜਿਹੜੇ ਆ ਕਈ ਪਾਸੇ ਜਾਣਗੇ, ਪੰਜਾਬ ਦੇ ਕੋਨੇ-ਕੋਨੇ ਤੱਕ ਚੱਲੂਗਾ ਕਿਉਂਕਿ ਬਾਬੇ ਦੀ ਕਿਰਪਾ ਹੋਊਗੀ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਯਾਰ, ਮਹਾਂਪੁਰਸ਼ਾਂ ਦੀ ਧਰਤੀ ਹੈ, ਪੰਜਾਬ ਯੋਧਿਆਂ ਦੀ ਧਰਤੀ ਹੈ ਤੇ ਪੰਜਾਬ ਦਾ ਹੱਕ ਜਿਹੜਾ ਜਿਹਨੇ ਜਿਹਨੇ ਦੱਬਿਆ ਅਸੀਂ ਤਾਂ ਉਹ ਦਵਾਉਣਾ। ਸਾਡੀ ਕਿਸੇ ਨਾਲ ਸਰ ਕੋਈ ਜਾਤੀ ਲੜਾਈ ਨਹੀਂ, ਕੁਛ ਨਹੀਂ। ਸਾਡਾ ਤਾਂ ਮੇਨ ਮਕਸਦ ਹੈ ਕਿ ਪੰਜਾਬ ਨੂੰ ਪੰਜਾਬ ਬਣਾਉਣਾ, ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ। ਮਾਨ ਸਾਹਿਬ ਦੀ ਸਰਕਾਰ, ਅਸੀਂ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੇ ਚੀਫ ਮਿਨਿਸਟਰ ਨੇ ਜਿੱਦਾਂ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਆ ਅਸੀਂ ਉੱਦਾਂ ਕੰਮ ਕਰ ਰਹੇ। ਜੋ ਵਾਅਦਾ ਮਾਨ ਸਾਹਿਬ ਨੇ ਜਾਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਲੋਕਾਂ ਨਾਲ ਕੀਤਾ ਇਲੈਕਸ਼ਨ ਦੇ, ਹਰ ਵਾਅਦਾ ਪੂਰਾ ਕਰਾਂਗੇ। ਦੱਸੋਗੇ ਕਿੰਨੇ ਨਜਾਇਜ਼ ਜ਼ਮੀਨ ਤੇ ਕਬਜ਼ਾ ਕੀਤਾ? ਦੇਖੋ ਜਿਹੜੇ ਅਸੀਂ ਡਾਟਾ ਇਕੱਠਾ ਕਰਦੇ ਪਏ ਹਾਂ, ਚਾਹੇ ਜਿੰਨਾ ਮਰਜ਼ੀ ਰਸੂਖਦਾਰ ਹੋਵੇ, ਹੈ ਕੋਈ ਧਿਆਨ ਚ ਕੌਣ ਹੈ? ਬਿਲਕੁਲ ਅਸੀਂ ਨਾਂ ਲੈਣ, ਦੇਖੋ ਕੰਮ ਕਰਨ ਤੋਂ ਬਾਅਦ ਦੱਸਣਾ ਚਾਹੀਦਾ। ਡੈਫੀਨੇਟਲੀ ਜਿਹੜੇ ਕੋਈ ਆਉਗੇ ਡਾਟਾ ਇਕੱਠਾ ਕਰਦੇ ਪਏ ਉਹ ਤੁਹਾਡੇ ਸਾਹਮਣੇ ਆ ਜਾਣਾ। ਹੁਸ਼ਿਆਰਪੁਰ ਚ ਕਿੰਨੀ ਕੁ ਜ਼ਮੀਨ ਹੈ ਜਿੱਥੇ ਕਬਜ਼ਾ ਕੀਤਾ ਜਾਂ ਤੁਹਾਡੇ? ਮੈਂ ਉਹਨਾਂ ਨੂੰ ਡਿਊਟੀ ਲਾਈ ਹੈ। ਮੇਰੇ ਕੋਲ ਐਕਚੁਅਲੀ ਇੱਕ ਦੋ ਵੀਡੀਓ ਜਿਹੜੇ ਸੀਗੇ ਮੌਕੇ ਤੇ ਹੈ ਨਹੀਂ ਸੀਗੇ, ਜਿਹੜੇ ਨੂੰ ਆਪਾਂ ਉਹ ਵੀਡੀਓ ਕਰਪਟ ਲਗਾ ਦਿੱਤੇ ਗਏ ਸੀ, ਆਪਾਂ ਉਹਨੂੰ ਤੁਰੰਤ ਹਟਾਇਆ। तो इस करके मेरे को डाटा पहुंचा नहीं क्योंकि वीडियो जरूर डाटा पंचायत ਦਾ ਪਹੁੰਚਦਾ। ਚੇਤਾਵਨੀ ਜਾਰੀ ਕਰਤੀ ਹੈ, ਕਹਿੰਦੇ ਜੀ ਪੁਰਾਣਾ ਖਰਚਾ ਤੇ ਨਵਾਂ ਪਰਚੇ ਲਈ ਤਿਆਰ ਰਹੋ। ਵਾਹ ਕੀ ਬਾਤ ਹੈ। ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਹੀ ਕਹਿ ਸਕਦੇ ਆ, ਕੋਈ ਇਹਨਾਂ ਦੇ ਧਾਲੀਵਾਲ ਸਾਹਿਬ ਨੇ ਉਹਨਾਂ ਦੇ ਅਸ਼ੀਰਵਾਦ ਨੇ ਕਿਹਾ
ਅੱਜ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਦੇ ਆਸ਼ੀਰਵਾਦ ਨਾਲ ਹੀ ਕਰ ਪਾ ਰਹੇ ਹਾਂ। ਹੁਣ ਅੱਗੇ ਵਧਦੇ ਹਾਂ ਤੇ ਗੱਲ ਨਸ਼ੇ ਦੇ ਮੁੱਦੇ ਦੀ ਹੋਏਗੀ। ਨਸ਼ੇ ਨੂੰ ਲੈ ਕੇ ਖਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਨੇ, ਦਾਅਵੇ ਪੁਲਿਸ ਪ੍ਰਸ਼ਾਸਨ ਦੇ ਵੀ ਬਹੁਤ ਨੇ, ਪਰ ਖਬਰ ਮੋਗਾ ਤੋਂ ਹੈ ਜਿੱਥੋਂ ਇੱਕ ਮਹਿਲਾ ਦੀ ਇੱਕ ਆਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਹਿਲਾ ਕੁਝ ਨੌਜਵਾਨਾਂ ਨੂੰ ਚਿੱਟਾ ਪਿਲਾਉਣ ਦੀ ਗੱਲ ਕਹਿ ਰਹੀ ਹੈ ਤੇ ਨਾਲ ਹੀ ਇੱਕ ਸ਼ਖਸ ਨੂੰ ਧਮਕੀਆਂ ਵੀ ਦੇ ਰਹੀ ਹੈ। ਰਿਪੋਰਟ ਦੇਖੋ। ਜਿਹੜੇ ਬੰਦੇ ਚੋਰ ਵੀ ਆਉਣਗੇ, ਸਾਧ ਵੀ ਆਉਣਗੇ, ਕਿਸੇ ਦੀ ਯੁੱਧ ਹੋਵੇ ਤਾਂ ਰੋਕ ਕੇ ਦਿਖਾਵੇ ਤੁਹਾਡੀ ਪਾਰਟੀ ਦਾ। ਭਲਾ ਭਗਵੰਤ ਮਾਨ ਨੂੰ ਮੇਰੀ ਲੌਸਮੈਂਟ ਕਰੋ, ਕਮੇਟੀ ਵਾਲੇ ਕਰੋ। ਮੇਰੇ ਘਰ 'ਚ ਸ਼ਰੇਆਮ ਚਿੱਟਾ ਪੀਣ ਵਾਲੇ ਆਉਣਗੇ, ਕਹਿ ਦਿਓ ਭਗਵੰਤ ਮਾਨ ਨੂੰ ਜਾ ਕੇ ਜੇ ਹੈ ਜ਼ਰੂਰਤ ਤਾਂ ਜੋ ਹੁੰਦਾ ਕਰ ਲੈ। ਜੀ ਹਾਂ, ਇਹ ਬੋਲ ਉਸ ਔਰਤ ਵੀਰਪਾਲ ਕੌਰ ਦੇ ਨੇ ਜਿਸ ਦੀ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਔਰਤ ਆਪਣੇ ਘਰ 'ਚ ਰੇਡ ਕਰਨ ਆਏ ਕੁਝ ਲੋਕਲ ਵਿਅਕਤੀਆਂ 'ਚੋਂ ਇੱਕ ਨੂੰ ਫੋਨ ਤੇ ਧਮਕੀਆਂ ਦਿੰਦੀ ਏ ਅਤੇ ਸ਼ਰੇਆਮ ਚਿੱਟਾ ਪਿਲਾਉਣ ਦੀਆਂ ਗੱਲਾਂ ਆਖਦੀ ਏ। ਸਾਡੇ ਘਰੇ ਚਿੱਟਾ ਪੀਣ ਵਾਲੇ ਵੀ ਆਉਣਗੇ, ਵੇਚਣ ਵਾਲੇ ਵੀ ਆਉਣਗੇ, ਜਿਹਦੇ 'ਚ ਜ਼ਰੂਰਤ ਆ ਮਾਈ ਦਾ ਲਾਲ ਸਾਡੇ ਘਰੋਂ ਰੋਕੋ। ਮੈਂ ਸਾਦੀ ਮੁੰਡੇ ਚਿੱਟੇ ਵਾਲੇ। ਵੀਰਪਾਲ ਕੌਰ ਦੀ ਜ਼ੁਬਾਨ ਇੱਥੇ ਹੀ ਨਹੀਂ ਰੁਕੀ। ਉਸਨੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਅਕਾਲੀ ਦਲ ਅਤੇ ਕਾਂਗਰਸ ਖਿਲਾਫ ਵੀ ਭੱਦੀਆਂ ਟਿੱਪਣੀਆਂ ਕੀਤੀਆਂ। ਸਾਡੇ ਘਰੇ ਬੰਦੇ ਚੋਰ ਵੀ ਆਉਣਗੇ, ਸਾਧ ਵੀ ਆਉਣਗੇ, ਕਿਸੇ ਦੀ ਯੁੱਧ ਹੋਵੇ ਤਾਂ ਰੋਕ ਕੇ ਦਿਖਾਵੇ ਤੁਹਾਡੀ ਪਾਰਟੀ ਦਾ। ਭਲਾ ਭਗਵੰਤ ਮਾਨ ਨੂੰ ਮੇਰੀ ਲੌਸਮੈਂਟ ਕਰੋ, ਕਮੇਟੀ ਵਾਲੇ ਕਰੋ। ਮੇਰੇ ਘਰੇ ਚਿੱਟਾ ਪੀਣ ਵਾਲੇ ਮੁੰਡੇ ਆਉਣਗੇ, ਜੇ ਕਿਸੇ ਦੀ ਯੁੱਧ ਆ ਤਾਂ ਸਾਡੇ ਗਲੀ 'ਚ ਵੜ ਕੇ ਦਿਖਾ ਦੇਵੇ ਕੋਈ ਪਿੰਡ ਦਾ, ਚਾਹੇ ਉਹ ਆਪ ਵਾਲਾ, ਚਾਹੇ ਉਹ ਅਕਾਲੀ ਆ, ਚਾਹੇ ਉਹ ਕਾਂਗਰਸੀ ਆ। ਆਡੀਓ ਬਾਹਰ ਆਈ ਤਾਂ ਪੁਲਿਸ ਦੇ ਹੱਥ ਵੀ ਲੱਗੀ। ਪੁਲਿਸ ਨੇ ਮੁਲਜ਼ਮ ਵੀਰਪਾਲ ਕੌਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਤਰਦ ਬੋਝਿਆ। NDPS ਦੇ ਜਿਹੜੇ ਆ ਜੋ ਵੀ ਇਹ ਕੰਮ ਕਰਦੇ ਨੇ ਉਹਨਾਂ ਨੂੰ ਪਨਾਹ ਦੇਣ, ਉਹਨਾਂ ਨੂੰ ਜੁਰਮ ਲਈ ਉਕਸਾਉਣ ਤੇ ਨਸ਼ਾ ਵੇਚਣ ਤੇ ਨਸ਼ਾ ਕਰਨ 'ਚ ਸਪੋਰਟ ਕਰਨ ਦੇ ਜੁਰਮ 'ਚ ਅਸੀਂ FIR ਰਜਿਸਟਰ ਕੀਤੀ ਹੈ ਤੇ ਲੇਡੀਜ਼ ਨੂੰ ਅਸੀਂ ਅਰੈਸਟ ਕੀਤਾ ਹੈਗਾ। ਹੁਣ ਜਦੋਂ ਨਸ਼ੇ ਨੇ ਪੂਰਾ ਪੰਜਾਬ ਖਾ ਲਿਆ ਤਾਂ ਕੁਝ ਅਜਿਹੇ ਲੋਕ ਵੀ ਬੈਠੇ ਨੇ ਜੋ ਹਰ ਕਾਨੂੰਨ, ਹਰ ਲੀਡਰ ਅਤੇ ਹਰ ਸਮਾਜਿਕ ਨਿਯਮ ਨੂੰ ਟਿੱਚ ਜਾਣਦੇ ਨੇ। ਲਾਜ਼ਮ ਨੇ ਕਿ ਕਾਰਵਾਈ ਹੋਵੇਗੀ, ਪਰ ਹੌਸਲੇ ਤਾਂ ਦੇਖੋ। ਇਸੇ ਨੂੰ ਕਹਿੰਦੇ ਨੇ ਕਿ ਇਕਤਾ ਚੋਰੀ ਅਤੇ ਉੱਪਰੋਂ ਸੀਨਾ ਚੋਰੀ। ਮੋਗਾ ਤੋਂ ਦੀਪਕ ਸਿੰਘਲਾ, ਨਿਊਜ਼ 18 ਪੰਜਾਬ। ਤਾਂ ਨਸ਼ੇ ਨੂੰ ਲੈ ਕੇ ਚੁਣੌਤੀਆਂ ਦੀ ਭਰਮਾਰ ਹੈ ਇਸ ਸਮੇਂ ਪ੍ਰਸ਼ਾਸਨ ਦੇ ਸਾਹਮਣੇ, ਪਰ ਜਦੋਂ ਇਸ ਤਰੀਕੇ ਨਾਲ ਸਿੱਧੀਆਂ ਆਡੀਓ ਕਲਿੱਪ ਸਾਹਮਣੇ ਆ ਰਹੀਆਂ ਨੇ ਤਾਂ ਚੈਲੰਜ ਹੋਰ ਵੀ ਵੱਡਾ ਹੋ ਜਾਂਦਾ ਹੈ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਦੇ ਉਸ ਪਾਰ ਤੁਹਾਨੂੰ ਦਿਖਾਵਾਂਗੇ ਖਾਸ ਗੱਲਬਾਤ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਦੇ ਨਾਲ।